चलो भी किनेटिक थ्योरी ऑफ गैसेस 2 मिनट वेट कर लो बाकी सब तो पहला टॉपिक है फर्स्ट टॉपिक सब तो बॉयल्स लॉ ये तुसी प्लस केमिस्ट्री च भी पढ़िया होना पढ़े गुरकमल मनिंदर बॉयल्स लॉ सब तो पहला ਇਹਦਾ टॉपिक है कि बॉयल्स लॉ है की क्या सी बॉयल्स ने कहते ਤੁਹਾਡੇ ਕੋਲ कोई गैस है मान लो ਤੁਹਾਡੇ ਕੋਲ क्या है कोई गैस है ਉਹਦਾ ਤੁਸੀਂ ਟੈਂਪਰੇਚਰ ਕਾਂਸਟੈਂਟ ਕਰਤਾ ਟੈਂਪਰੇਚਰ क्या करता कांस्टेंट ਬॉयਸ ਕਹਿੰਦਾ ਜੇ ਕਿਸੇ ਗੈਸ ਦਾ ਟੈਂਪਰੇਚਰ ਤੁਸੀਂ ਕਾਂਸਟੈਂਟ ਕਰਤਾ ਤਾਂ ਉਹਦਾ ਵੋਲਿਊਮ ਇਨਵਰਸਲੀ ਪ੍ਰੋਪੋਰਸ਼ਨਲ ਹੋਊਗਾ ਪ੍ਰੈਸ਼ਰ ਦੇ ਉਹਦਾ ਵੋਲਿਊਮ ਇਨਵਰਸਲੀ ਪ੍ਰੋਪੋਰਸ਼ਨਲ ਹੋਊਗਾ ਪ੍ਰੈਸ਼ਰ ਦੇ ਕੀ ਕਿਹਾ ਬॉयਸ ਨੇ ਕਹਿੰਦੇ ਜੇ ਕਿਸੇ ਗੈਸ ਦਾ ਤੁਸੀਂ ਟੈਂਪਰੇਚਰ ਕਾਂਸਟੈਂਟ ਕਰਤਾ ਜੇ ਕਿਸੇ ਗੈਸ ਦਾ ਤੁਸੀਂ ਟੈਂਪਰੇਚਰ क्या करता कांस्टेंट ਤਾਂ ਉਹਦਾ ਵੋਲਿਊਮ ਇਨਵਰਸਲੀ ਪ੍ਰੋਪੋਰਸ਼ਨਲ ਕਿਹਦੇ ਹੋਊਗਾ ਪ੍ਰੈਸ਼ਰ ਦੇ ਤਾਂ ਫਿਰ ਲਿਖ ਲਿਆ ਇਹਨੂੰ ਜੇਕਰ ਤੁਸੀਂ ਪ੍ਰੋਪੋਰਸ਼ਨੈਲਿਟੀ ਦਾ ਸਾਈਨ ਹਟਾਣਾ ਹੋਵੇ ਤਾਂ ਨਾਲ ਲਾਣਾ ਪੈਂਦਾ ਕਾਂਸਟੈਂਟ ਲਗਾਤਾ ਨਾਲ ਕਾਂਸਟੈਂਟ k ਲਗਾਤਾ ਆਪਾਂ ਤਾਂ ਫਿਰ p ਜਾ ਕੇ ਇਧਰ ਮਲਟੀਪਲਾਈ ਕਰ ਲਓ pv = क्या आ गया k ਆਹ ਹੈ ਬॉयल्स ਦਾ ਫਸਟ ਲੋ ਬॉयल्स ਲੋ ਕੀ ਕਿਹਾ ਬॉयल्स ਨੇ ਇੱਕ ਵਾਰ ਦੁਬਾਰਾ ਸੁਣ ਲਓ ਕਹਿੰਦੇ ਜੇ ਕਿਸੇ ਗੈਸ ਦਾ ਤੁਸੀਂ ਟੈਂਪਰੇਚਰ ਕਾਂਸਟੈਂਟ ਕਰ ਦੋ ਜੇ ਕਿਸੇ ਗੈਸ ਦਾ ਮਾਸ ਵੀ 1 ਗ੍ਰਾਮ ਲੈਣਾ ਹੈ ਗੈਸ ਦਾ ਮਾਸ ਕਿੰਨਾ ਲੈਣਾ 1 ਗ੍ਰਾਮ ਜੇ ਕਹਿੰਦੇ ਕਿਸੇ ਗੈਸ ਦਾ 1 ਗ੍ਰਾਮ ਆਫ ਗੈਸ ਦਾ ਤੁਸੀਂ ਠੀਕ ਹੈ ਟੈਂਪਰੇਚਰ ਕਾਂਸਟੈਂਟ ਕਰਤਾ ਤਾਂ ਉਹਦਾ ਵੋਲਿਊਮ ਇਨਵਰਸਲੀ ਪ੍ਰੋਪੋਰਸ਼ਨਲ ਹੋਊਗਾ ਪ੍ਰੈਸ਼ਰ ਦੇ ਅਮਰਜੀਤ ਵੋਲਿਊਮ ਇਨਵਰਸਲੀ ਪ੍ਰੋਪੋਰਸ਼ਨਲ ਹੋਊਗਾ ਪ੍ਰੈਸ਼ਰ ਦੇ ਤਾਂ ਫਿਰ ਇਨਵਰਸਲੀ ਪ੍ਰੋਪੋਰਸ਼ਨਲ ਦਾ इज इक्वल टू ਦਾ ਬਣਾਉਣਾ ਹੋਵੇ ਲਗਾਵਾਂਗੇ ਕਾਂਸਟੈਂਟ ਲੋ ਵੀ ਆ ਚੀਜ਼ ਬਣ ਗਈ ਦੁਬਾਰਾ ਸੁਣ ਲਓ ਅੱਗੋਂ ਦੀ 6 ਵਜੇ ਪੂਰੇ ਹੋਈ ਬਦੇ ਅਮਰਜੀਤ 6:05 ਹੋ ਗਏ ਉੱਤਰ ਸੁਣ ਲਓ ਬॉयल्स ਨੇ ਕੀ ਕਿਹਾ बॉयल्स फर्स्ट अगला यूनिट स्टार्ट हो गया यूनिट 9th किनेटिक थ्योरी ऑफ गैसेस बॉयल्स ने पहले की कहा कहते अगर किसी गैस का तुसी 1 ग्राम ऑफ गैस का तुसी टैंपरेचर कांस्टेंट कर दो टैंपरेचर की कर दो कांस्टेंट ਤਾਂ ਫਿਰ ਉਸ ਗੈਸ ਦਾ ਵੋਲਿਊਮ ਇਨਵਰਸਲੀ ਪ੍ਰੋਪੋਰਸ਼ਨਲ ਹੋਊਗਾ ਕਿਦੇ ਪ੍ਰੈਸ਼ਰ ਦੇ ਜਿਵੇਂ ਵੋਲਿਊਮ ਵਧੂਗਾ ਪ੍ਰੈਸ਼ਰ ਘਟੂਗਾ ਵੋਲਿਊਮ ਵਧੂਗਾ ਪ੍ਰੈਸ਼ਰ ਘਟੂਗਾ ਤਾਂ ਫਿਰ ਇਜ਼ ਇਕੁਅਲ ਟੂ ਦਾ ਬਣਾ ਲਈਏ ਕੀ ਕਰਤਾ k ਲਗਾਤਾ p ਚੱਕ ਕੇ ਇੱਧਰ ਲਿਆਏ ਆ ਬਣ ਗਈ ਇਕੁਏਸ਼ਨ ਆ ਬॉयल्स ਲੋ ਦੀ ਇਕੁਏਸ਼ਨ ਸੀਗੀ pv = k ਲੱਗਿਆ ਪਤਾ ਮਨਿੰਦਰ ਗੁਰਕਮਲ ਬਾਕੀ ਕਿੱਥੇ ਨੇ चलो भी लिखियो हुन इट बॉयल्स लॉ पहला डेफिनेशन भी पाओ बॉयल्स लॉ दी इट स्टेट्स दैट the volume of gas it states that volume of gas of given mass it states that the volume of gas of given mass is inversely proportional to its pressure comma provided the temperature remains constant फिर बोर्ड पे जो सोल्व किया हुआ कर दो जो बोर्ड तो है सॉल्व कर दो विभूति लेट होगी कनेक्शन प्रॉब्लम आ रही थी
फर्स्ट टॉपिक की सीगा बॉयल्स लॉ सीगा की क्या है बॉयल्स ने किसी गैस का टैंपरेचर कांस्टेंट कर दो ਉਹਦਾ ਵੋਲਿਊਮ ਇਨਵਰਸਲੀ ਪ੍ਰੋਪੋਰਸ਼ਨਲ ਕਿਹਦੇ ਹੋਊਗਾ ਪ੍ਰੈਸ਼ਰ ਦੇ ਵੋਲਿਊਮ ਇਨਵਰਸਲੀ ਪ੍ਰੋਪੋਰਸ਼ਨਲ ਟੂ ਪੀ ਲੈ ਕੇ ਉਧਰ ਰੱਖ ਲੈ ਪੀ ਵੀ ਇਕੁਅਲ ਟੂ ਕਾਂਸਟੈਂਟ ਆ ਲੱਗ ਗਿਆ ਪਤਾ ਆ ਇਕੁਏਸ਼ਨ ਹਜੇ ਤੱਕ ਬਣਨੀ ਸੀਗੀ ਹੁਣ ਅੱਗੇ ਦੇਖਿਓ ਜਰਾ ਕਹਿੰਦੇ ਆ k ਕੀ ਹੈ ਇਹ k ਕਾਂਸਟੈਂਟ ਹੈ ਕੀ ਆ ਕਾਂਸਟੈਂਟ ਇਹਦੀ ਵੈਲਿਊ ਡਿਪੈਂਡ ਕਰਦੀ ਹੈ ਮਾਸ ਤੇ ਟੈਂਪਰੇਚਰ ਕਿਤੇ ਡਿਪੈਂਡ ਕਰਦੀ ਹੈ तेरे यूनिट होंगे प्रैशर ते वॉल्यूम दे वाले प्रैशर एंड जेडे ओ यूनिट प्रैशर वॉल्यूम डिसाइड करेंगे वैल्यू कौन डिसाइड करूंगा मास ते टेंपरेचर लिखो फिर अगे इट्स वैल्यू डिपेंड अपॉन मास ऑफ गैस एंड टेंपरेचर एंड यूनिट्स इन विच units in which P and V are measured. Unit in which P and V are measured. लिख लिया मनिंदर बॉयस ला तो इन्ना ही सीगा एक हाजी रुक लो हाजी रुक की आया बॉयस ला का आंसर की अपने को PV इज इक्वल टू के मतलब कांस्टेंट जब कोई चीज कांस्टेंट होंगी है इसका मतलब पता की होंगे PV इक्वल टू के P1 V1 इक्वल टू P2 लिख लो फिर एक लाइन नीचे होर पाके अनदर फॉर्म ऑफ बॉयल्स लॉ फिर आ लिख लियो अनदर फॉर्म ऑफ बॉयल्स लॉ फिर की लिखूंगा P1 V1 इक्वल टू P2 V2 लिख लिया चलो भी ਹੁਣ ਬॉयल्स खत्म होया है बॉयल्स तो बाद एक आ गया होर ਉਹਦਾ ਨਾਮ ਸੀ ਚਾਰल्स बॉयल्स तो बाद कौन आया ਚਾਰल्स ਲੋ ਹੁਣ ਚਾਰल्स ਨੇ ਕੀ ਕਿਹਾ ਕਹਿੰਦੇ ਕਿਸੇ ਗੈਸ 1 ਗ੍ਰਾਮ ਆਫ ਗੈਸ ਦਾ ਤੁਸੀਂ ਪ੍ਰੈਸ਼ਰ ਕਾਂਸਟੈਂਟ ਲੈ ਲਓ ਕੀ ਲੈ ਲਓ ਪ੍ਰੈਸ਼ਰ ਨੂੰ ਕੀ ਲੈ ਲਓ ਕਾਂਸਟੈਂਟ ਜੀ ਕਹਿੰਦੇ 1 ਗ੍ਰਾਮ ਆਫ ਗੈਸ ਤੁਸੀਂ ਪ੍ਰੈਸ਼ਰ ਕਾਂਸਟੈਂਟ ਲੈ ਲਿਆ ਤਾਂ ਫਿਰ ਕਹਿੰਦੇ ਵੋਲਿਊਮ ਹੋਊਗਾ ਜਿਹੜੇ ਗੈਸ ਦਾ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਊਗਾ ਟੈਂਪਰੇਚਰ ਦੇ ਵੋਲਿਊਮ ਕਿਸੇ ਗੈਸ ਦਾ ਕੀ ਹੋਊਗਾ ਟੈਂਪਰੇਚਰ ਦੇ ਯਾਦ ਰੱਖਣਾ ਕੀ ਕਿਹਾ ਸੀ ਚਾਰल्स ਨੇ ਜੇ ਕਿਸੇ ਗੈਸ ਦਾ ਪ੍ਰੈਸ਼ਰ ਕਾਂਸਟੈਂਟ ਕਰ ਦਾਂਗੇ ਤਾਂ ਉਸ ਗੈਸ ਦਾ ਵੋਲਿਊਮ डायरेक्टली प्रोपोर्शनल होगा कि जे प्रोपोर्शनैलिटी का साइन हटाना है तो की लगाना पड़ेगा लगाता टी चक के थले लियाओ V अपॉन टी कि इक्वल आ गया के V अपॉन टी कि इक्वल आ गया आही चीज लगी लग गया पता जे V अपॉन टी कांस्टेंट है इसका मतलब की है V1 अपॉन T1 इक्वल टू अपॉन अनदर फॉर्म आ की होगी अनदर फॉर्म लग गया पता की कहा चार्ल्स ने एक बार फिर दोबारा सुन लो चार्ल्स कहता कि जे किसी गैस का तुसी 1 ग्राम गैस का प्रैशर कांस्टेंट कर दो की कर दो तो फिर कहते की होंगे वॉल्यूम डायरेक्टली प्रोपोर्शनल होंगे कि टैंपरेचर दे वॉल्यूम डायरेक्टली प्रोपोर्शनल टू जे डायरेक्टली प्रोपोर्शनैलिटी का साइन हटाना की लगाना पड़ेगा कांस्टेंट लगाता कांस्टेंट के टी थले चक लिया आ गया आंसर उस तो बाद अनदर फॉर्म भी हो सकती है लग गया पता विभूति मनिंदर गुरकमल लग गया पता चलो भी लिखे हम चार्ल्स लॉ अकॉर्डिंग टू चार्ल्स लॉ वॉल्यूम ऑफ गिवन मास ऑफ गैस volume of given mass of gas is directly proportional to its temperature at constant pressure जो बोर्ड पे कितना है वो सारा सोल्व कर दो
हो गया, हो गया सब। अगे लिखियो नेक्स्ट अपने कॉल चार्ल्स बॉयल्स हो गया, चार्ल्स हो गया। हुण अपने को आंदा है गैलुसाक लॉ। स्पेलिंग देख लियो, गैलुसाक लॉ। इन्हें की गल की सी, ध्यान नाल देखो, बस स्पेलिंग चेक कर लो। 2 मिनट। देखो की क्या है इसने, कहते किसी गैस का 1 ग्राम ले लिया, 1 ग्राम ऑफ गैस, ਉਹਦਾ ਤੁਸੀਂ ਹੁਣ कांस्टेंट कर दो वॉल्यूम, वॉल्यूम की कर दो कांस्टेंट कर दो। 1 ग्राम गैस का ਤੁਸੀਂ की कांस्टेंट कर दो, वॉल्यूम कांस्टेंट कर दो। ਤੇ ਕਹਿੰਦੇ ਗੈਸ ਦਾ ਪ੍ਰੈਸ਼ਰ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਊਗਾ ਟੈਂਪਰੇਚਰ ਦੇ। ਗੈਸ ਦਾ ਪ੍ਰੈਸ਼ਰ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਊਗਾ। ਕੀ ਕਿਹਾ ਸੀ ਇਸ ਲੋ ਨੇ, ਕਹਿੰਦੇ 1 ਗ੍ਰਾਮ ਗੈਸ ਦਾ ਤੁਸੀਂ ਕੀ ਕਾਂਸਟੈਂਟ ਕਰ ਦੋ, ਵੋਲੀਅਮ ਕਾਂਸਟੈਂਟ ਕਰ ਦੋ, ਤਾਂ ਉਸ ਗੈਸ ਦਾ ਪ੍ਰੈਸ਼ਰ ਡਾਇਰੈਕਟਲੀ ਪ੍ਰੋਪੋਰਸ਼ਨਲ ਕਿਹਦੇ ਹੋਊਗਾ, ਟੈਂਪਰੇਚਰ ਦੇ। P ਇਕੁਅਲ ਟੂ ਕੀ ਆ ਗਿਆ ਫਿਰ KT, T ਚੱਕ ਕੇ ਥੱਲੇ ਲਿਆਈਏ, P ਅਪੋਨ T ਕਿਹਦੇ ਇਕੁਅਲ ਆ ਗਿਆ, K ਦੇ ਇਕੁਅਲ ਆ ਗਿਆ। ਲੋ ਵੀ ਇੱਕ ਤਾਂ ਆ ਫਾਰਮ ਹੋ ਗਈ, ਦੂਜੀ ਫਾਰਮ ਕੀ ਹੋਊਗੀ P1 ਅਪੋਨ T1 ਇਕੁਅਲ ਟੂ, ਲੋ ਵੀ ਆ ਦੂਸਰੀ ਫਾਰਮ। ਸਿੰਪਲ ਜਿਹਾ ਲੋ ਸੀ। ਕੀ ਕਿਹਾ ਸੀ ਇਹਨੇ, ਕਿਸੇ 1 ਗ੍ਰਾਮ ਆਪਾਂ ਲੈ ਲਿਆ ਗੈਸ ਦਾ, ਉਹਦਾ ਵੋਲੀਅਮ ਕਾਂਸਟੈਂਟ ਕਰਤਾ, ਤਾਂ ਫਿਰ ਉਹਦਾ ਪ੍ਰੈਸ਼ਰ ਡਾਇਰੈਕਟਲੀ ਪ੍ਰੋਪੋਰਸ਼ਨਲ ਕਿਹਦੇ ਹੋਊਗਾ, ਟੈਂਪਰੇਚਰ ਦੇ। ਠੀਕ ਹੈ, ਟੈਂਪਰੇਚਰ ਦੇ ਹੋ ਗਿਆ। ਫਿਰ ਪ੍ਰੋਪੋਰਸ਼ਨੈਲਿਟੀ ਦਾ ਸਾਈਨ ਹਟਾ ਕੇ ਕੀ ਲਗਾਤਾ ਆਪਾਂ, कांस्टेंट लगाता। आ गया आंसर, अन्ना क्या लग गया बता रहा था। विभूति मनिंदर लिखो फिर अगे। इट स्टेट्स दैट वॉल्यूम remaining constant, the pressure of given mass of gas, the pressure of given mass of gas is directly proportional to its absolute temperature. Its absolute temperature. मैथमेटिकली सारा सॉल्व कर दो जरा बोर्ड पे। मैथमेटिकली हो गया हो गया मनिंदर। चलो भी नेक्स्ट अपने कोल परफेक्ट गैस इक्वेशन। 3 ने आह 3 खत्म हो गया, फिर केड़ा आऊगा परफेक्ट गैस इक्वेशन। परफेक्ट गैस इक्वेशन। परफेक्ट गैस इक्वेशन क्या है, कहते जी आपां नूं P V एंड T आ तिन्नां दे विच रिलेशन दसदी है। की दसदी है, परफेक्ट गैस इक्वेशन वो है कहते जी आपां नूं P V एंड T तिन्नां च की दसदी है, रिलेशन दसदी है। तो इन्हां विच रिलेशन क्या हुंदा सीगा, PV इज इक्वल टू NRT। PV इज इक्वल टू आही रिलेशन हुंदा सीगा। इहदे विच N क्या है, नंबर ऑफ मोल्स, N क्या है
नंबर ऑफ मोल्स ते आर क्या है गैस कांस्टेंट आर क्या है गैस कांस्टेंट है तो डेरिवेशन भी करांगे यदि परफेक्ट गैस इक्वेशन क्या है कहते जी आप पी वी एंड टी च रिलेशन दसदी है की दसदी है रिलेशन पी वी इक्वल टू एन आर टी ये एन क्या है नंबर ऑफ मोल्स आर क्या है गैस कांस्टेंट ठीक है आ तो इक्वेशन हम ड्राइव करांगे हम ड्राइव किमें करनी है देखांगे हम ये डेरिवेशन किमें होनी है पहला सब तो पहले किहड़ा लॉ करिया सीगा बॉयस लॉ बॉयस लॉ ने की किया सी दस्सो जल्दी मैनू वॉल्यूम की क्या सी वॉल्यूम इज inversely proportional प्रेशर चार्ल्स लॉ ने की किया सी वॉल्यूम इज inversely proportional to temperature ठीक है आही चीज कही सीगी पहला उन्हें आ क्या सी दूजे ने आ क्या सीगा दोनों ਨੂੰ ਕੰਬਾਈਨ ਕਰ ਦੋ ਦੋਨਾਂ ਨੂੰ ਕੀ ਕਰ ਦੋ ਕੰਬਾਈਨਿੰग 1 ਐਂਡ 2 ਕੰਬਾਈਨਿੰਗ 1 ਐਂਡ 2 ਤਾਂ ਫਿਰ ਕੀ ਬਣ ਜਾਊਗਾ ਵੋਲਿਊਮ ਇਨਵਰਸਲੀ ਆ ਚੀਜ਼ ਬਣ ਜੂਗੀ ਦੇਖੋ ਯਾਰ T/P ਦੇਖੋ ਆਈ ਬਣੂਗੀ ਸਾਰੇ ਜਾਣੇ ਦੇਖੋ ਆਈ ਬਣੂਗੀ ਚਲੋ ਹੁਣ ਇੱਕ ਕੰਮ ਕਰੀਏ V P ਇੱਧਰ ਲੈ ਜਾਂਦੇ T ਥੱਲੇ ਚੱਕ ਲੈਂਦੇ ਆ PV/T proportional to 1 proportional to 1 ਜੇ ਪ੍ਰੋਪੋਰਸ਼ਨੈਲਿਟੀ ਦਾ ਸਾਈਨ ਹਟਾਣਾ ਕੀ ਲਾਵਾਂਗੇ ਕਾਂਸਟੈਂਟ ਲੋ PV/T is equal to कांस्टेंट लाया आप उरे आर की लाता उरे पी कांस्टेंट लगाता टी ले लिया उधर की बन गया पीवी इक्वल टू आता 1 मोल दे ਲਈ ਸੀ ਜੇ ਤੁਹਾਡੇ ਕੋਲ n ਮੋਲਸ ਹੋਣ ਤਾਂ ਫਿਰ n ਕੀ ਕਰ ਦੋਗੇ ਲੋ ਵੀ ਬਣ ਗਈ ਇਕੁਏਸ਼ਨ ਸਿੰਪਲ ਜੀ ਠੀਕ ਹੈ ਐਵੇਂ ਬਣਾਉਂਦੇ ਹੁੰਦੇ ਦੇਖੋ ਇੱਕ ਵਾਰ ਫੇਰ ਦੁਬਾਰਾ ਸਭ ਤੋਂ ਪਹਿਲਾਂ ਚਾਰਲਸ ਦਾ ਲਿਖਿਆ ਬੋਇਲਸ ਲਾ ਫਿਰ ਕਿਹੜਾ ਲਿਖਿਆ ਚਾਰਲਸ ਲੋ ਦੋਨਾਂ ਨੂੰ ਕਰਤਾ ਕੰਬਾਈਨ ਕੰਬਾਈਨ ਕਰਨ ਤੋਂ ਬਾਅਦ ਪੀ ਉਧਰ ਲੈ ਕੇ ਟੀ ਥੱਲੇ ਚੱਕ ਲਿਆ ਆ ਚੀਜ਼ ਬਣ ਗਈ ਜੇ ਪ੍ਰੋਪੋਰਸ਼ਨੈਲਿਟੀ ਦਾ ਸਾਈਨ ਹਟਾਣਾ ਕੀ ਲਗਾਉਣਾ ਪੈਂਦਾ ਹੁੰਦਾ ਕਾਂਸਟੈਂਟ PV/T ਇਕੁਅਲ ਟੂ R ਟੀ ਲੈ ਗਏ ਉਧਰ ਜੇ n ਮੋਲਸ ਹੋਣ ਇਹ n ਮੋਲਸ ਹੋਣ ਤਾਂ ਫਿਰ ਕੀ ਕਰਾਂਗੇ n ਨਾਲ ਮਲਟੀਪਲਾਈ ਆ ਬਣ ਗਈ ਤੁਹਾਡੇ ਕੋਲ ਇਕੁਏਸ਼ਨ ਇਸ ਤਰ੍ਹਾਂ ਡੈਰੀਵੇਸ਼ਨ ਹੋਣੀ ਹੈ ਇਹਦੀ ਰਾਧਾ ਲੱਗ ਗਿਆ ਪਤਾ ਮਨਿੰਦਰ ਤੈਨੂੰ ਗੁਰਕੰਵਰ ਵਿਭੂਤੀ ਇਹਦੇ ਵਿੱਚ ਉਹਦਾ ਥਰਡ ਲਾਅ ਦੀ ਲੋੜ ਹੀ ਨਹੀਂ ਪਈ ਆਪਾਂ ਨੂੰ ਥਰਡ ਲਾਅ ਦੀ ਲੋੜ ਹੀ ਨਹੀਂ ਪਈ ਦੋ ਨਾਲ ਹੀ ਪ੍ਰੂਫ ਹੁੰਦਾ ਪਿਆ ਤੀਜਾ ਆਪਾਂ ਕਾਹਤੇ ਯੂਜ਼ ਕਰਨਾ ਜੇ ਤੀਜੇ ਦੀ ਹੈ ਹੀ ਨਹੀਂ ਕੋਈ ਐਗਜ਼ਿਸਟੈਂਸ ਹੀ ਜੇ ਆਪਾਂ ਨੂੰ ਪ੍ਰੂਫ ਕਰਨ ਲਈ ਚਾਹੀਦਾ ਹੀ ਨਹੀਂ ਉਹ ਤਾਂ ਆਪਾਂ ਤੀਜਾ ਲਾਅ ਨੂੰ ਕਾਹਤੇ ਆਪਾਂ ਉਹਨੂੰ ਛੇੜਨਾ ਵਿਚਾਰੇ ਨੂੰ ਦੋ ਨਾਲ ਹੀ ਪ੍ਰੂਫ ਹੋ ਗਿਆ ਕਿਹਨਾਂ ਪ੍ਰੂਫ ਤੀਜੇ ਨੂੰ ਤੁਸੀਂ ਲੈ ਕੇ ਆਂਦੇ ਤੀਜਾ ਕਿਹੜਾ ਸੀਗਾ ਮਤਲਬ ਉਹਦੇ ਵਿੱਚ ਵੋਲੀਅਮ ਤਾਂ ਹੁੰਦਾ ਹੀ ਨਹੀਂ ਹੋ ਚ ਤੇਰਾ ਦਿਮਾਗ ਭਾਈ ਠੀਕ ਹੈ ਦੇਖੀ ਯਾਰ ਪ੍ਰੈਸ਼ਰ ਡਾਇਰੈਕਟਲੀ ਪ੍ਰੋਪੋਰਸ਼ਨਲ ਟੈਂਪਰੇਚਰ ਹੈ ਉੱਥੇ ਵੋਲੀਅਮ ਹੈਗਾ ਲਿਖੋ ਚਲੋ परफेक्ट गैस इक्वेशन लिखो the equation gives perfect relationship between P, V and T. And the equation is PV is equal to nRT. The equation is PV is equal to nRT. अगली लाइन लिखो where n is the number of moles of gas. N is the number of moles of gas. And R is the universal gas constant. R is the universal gas constant. आगे पाओ derivation. लो भी लिखो according to Boyle's law for a given mass of gas at constant temperature volume is inversely
इनवर्सली प्रोपोर्शनल टू प्रेशर। अगे V फॉर्म च लिखियो, इक्वेशन वाली फॉर्म च लिखियो वॉल्यूम इज इनवर्सली प्रोपोर्शनल टू प्रेशर। इनू इक्वेशन नंबर 1 दे दो, पर अगे लिखियो एक लाइन छड्ड के, अकॉर्डिंग टू चार्ल्स लॉ फॉर गिवन मास ऑफ गैस at constant pressure, for given mass of gas at constant pressure volume is directly proportional to temperature। equation दी फॉर्म च लिखियो volume is directly proportional to temperature। चलो अभी सॉल्व कर दो बोर्ड पे जो भी है। कल टेस्ट देता तुमने? ਉਹਦਾ ਟੈਸਟ ਹੈ ਕੱਲ ਦਾ ठीक है अच्छा वही से ठीक एडियाबेटिक शाम ਨੂੰ ਬੁਲਾ ਲਾ ਕੋਈ ਟੈਸਟ ਲਈ। शाम नहीं आएंगे टेस्ट देना फिर ਮੇਰੀ ਟਿਊਸ਼ਨ हाँ हाँ शाम ਨੂੰ दे ਸੇ ਨੂੰ ਕੱਲ ਤੋਂ ਕੈਮਿਸਟਰੀ कितना को ਅੰਮ੍ਰਿਤਸਰ ਕੋਲ ਪਤਾ ਕਰ ਲਿਆ ਮੈਂ। ਸਰ ਕਹਿੰਦੇ ਟਿਊਜ਼ਡੇ ਤੋਂ ਆ ਜੀ। हो गया सॉल्व कर ले रहा था। चलो भी अरे खत्म नहीं हुई हजे अपन इस इक्वेशन का और अगे पोस्टमार्टम करना है। हाँ हो गया PV इक्वल टू NRT। चलो भी अगे देखियो हम जरा ध्यान नाल आ इक्वेशन बन गई अपने को PV इक्वल टू NRT। N क्या होता है मोल ठीक है। इनू किवें डिफाइन करते हैं गिवन मास अपॉन आही होंदा गिवन मास अपॉन मॉलिक्यूलर मास आही चीज होंदी है। मान लो गिवन मास ਤੁਹਾਡੇ ਕੋਲ 1 ग्राम है, गिवन मास कितना है मॉलिक्यूलर मास ਨੂੰ ਆਪਾਂ m कहता ਤਾਂ n ਦੀ वैल्यू क्या होगी पुत्र 1 अपॉन m। n ਦੀ वैल्यू क्या होगी 1 अपॉन m। ਇੱਥੇ ਪੁੱਟ ਕਰ ਦਈਏ ਤਾਂ pv ਕਿਹਦੇ ਇਕੁਅਲ ਆ ਜਾਊਗਾ 1 अपॉन m RT। मतलब PV की वैल्यू क्या आ गई R अपॉन M टी आ चीज आ गई। इस R अपॉन M ਨੂੰ ਆਪਾਂ ਬੋਲ ਦਿੰਦੇ ਆ स्मॉल r। ਕੀ ਬੋਲ ਦਿੰਦੇ ਆ ਹੁੰਦਾ ਤਾਂ ਆ ਵੀ ਗੈਸ ਕਾਂਸਟੈਂਟ ਹੀ ਹੈ, ਹੁੰਦਾ ਤਾਂ ਆ ਵੀ ਇਹਨੂੰ ਕਹਿੰਦੇ ਕੀ ਹੈ ਗੈਸ ਕਾਂਸਟੈਂਟ ਆਫ 1 ग्राम ਆਫ ਗੈਸ। ਗੈਸ ਕਾਂਸਟੈਂਟ ਆਫ ਉਹ ਤਾਂ 1 ਮੋਲ ਲਈ ਸੀਗਾ, ਆ ਕਿਹਦੇ ਲਈ ਹੈ 1 ग्राम ਲਈ। दिमाग सैट हो गया की चीज की है मैंने PV इक्वल टू NRT चक लिया ठीक है। की होंगे गिवन मास अपॉन मॉलिक्यूलर मास ठीक है। मान लो गिवन मास थोड़े को 1 ग्राम है, कितना है मैं 1 पुट करता, मॉलिक्यूलर मास में M क्या है ठीक है। तो फिर N की वैल्यू क्या आ गई 1 अपॉन M आ गई। इस N की वैल्यू इत्थे पुट करता मैं पुट ठीक है। चलो भी आ क्वेश्चन बन गई ਤੇ R अपॉन M ਨੂੰ ਆਪਾਂ स्मॉल r ਕਹਿ ਦਿੰਦੇ ਆ। ਕੀ ਕਹਿ ਦਿੰਦੇ ਆਪਾਂ ਤੇ स्मॉल r ਕੀ ਹੈ ਗੈਸ ਕਾਂਸਟੈਂਟ ਆਫ 1 ग्राम ਆਫ ਗੈਸ। ਲੱਗ ਗਿਆ ਪਤਾ। कैपिटल R ਕੀ ਸੀਗਾ 1 ਮੋਲ ਦਾ, स्मॉल r क्या है ਲੱਗ ਗਿਆ ਪਤਾ। ਵਿਭੂਤੀ ਮਨਿੰਦਰ ਗੁਰਕਮਲ क्लियर हो गया चीज। ये तो न्यूमेरिकल पाऊंगा बच्चों। लिखो फिर हम अगे इफ V is the volume of if V is the volume of V is the volume of 1 gram mass of gas, 1 gram mass of gas and M is the molecular mass, M is the
molecular mass, then number of moles is then number of moles is लिखोगे फिर आप सॉल्व कर दो ऊपरों दी एंड तक हो गया। हो गया चलो भी हम ना हजे भी खत्म नहीं होया ये अगे अगे फॉर्म पढ़ो कि देखियो किमें पूरे तक हो गया ना। हम तो एक कांस्टेंट पढ़ना है उस कांस्टेंट तो केमिस्ट्री भी पढ़ते हो फिजिक्स से थोड़ा बहुत पढ़ोगे। कांस्टेंट नेम हैगा बोल्ट्जमैन कांस्टेंट पढ़िया केमिस्ट्री में बोल्ट्जमैन कांस्टेंट जिन्हों आप बोलते हैं रिप्रजेंट करते हैं के दे पैर च बी किना रिप्रजेंट करते हैं के दे पैर च बी की नाम है बोल्ट्जमैन कांस्टेंट ठीक है चाहे ए पा लो चाहे बी पा लो मर्जी है बी ओ पाओ किहदे इक्वल हुंदा है कहंदे आ रेशो हुंदी है गैस कांस्टेंट दी ते एवोगैड्रो नंबर दी किहदी रेशो ऑफ गैस कांस्टेंट एंड एवोगैड्रो नंबर दा पढ़िया केमिस्ट्री च कितना हुंदा 6.022 × 10⁻23 ठीक है की हुंदा बोल्ट्जमैन कांस्टेंट कहंदे रेशो हुंदी है किहदी गैस कांस्टेंट ते एवोगैड्रो नंबर दी इन्नी चीज लगी पता इत्थों दी आर दी वैल्यू क्या निकली है पता आर दी वैल्यू क्या निकलूगी दस्यो देख दो और की निकलूगी केबी अपॉन यार तेरा नींद चा अमर जी केबी इंटू एन केबी इंटू आही निकलोगी आर दी वैल्यू इनू इक्वेशन नंबर 1 देती इक्वेशन नंबर जे केमिस्ट्री एक चीज होर पढ़ी होगी एन क्या होंदा है नंबर ऑफ मोल्स डिवाइडेड बाय एवोगैड्रो नंबर पढ़िया नंबर ऑफ मोल्स डिवाइडेड बाय एवोगैड्रो नंबर ऑफ मोल्स मान लो जी एन है तो एवोगैड्रो नंबर को कहता है एन ए की कहता एन ए लग गया पता दोनों चीज़ें पता लग गई यूज करेंगे ना आप अगे बोल्ट्जमैन कांस्टेंट चलो भी देखो ध्यान नाल आप एक नवी चीज पढ़ रहे हैं बोल्ट्जमैन कांस्टेंट की पढ़ रहे हैं बोल्ट्जमैन कांस्टेंट रेशो होंदी है किदी गैस कांस्टेंट ते एवोगैड्रो नंबर दी की होंदी है रेशो होंदी है गैस कांस्टेंट ते इनू लिख लिया है मैं कि आर दी वैल्यू कट ली इनू इक्वेशन नंबर 1 देती इक्वेशन नंबर की देता 1 उस तो बाद केमिस्ट्री में पढ़ते होंगे एन नू की बोलते आप नंबर ऑफ मोल्स डिवाइडेड बाय एवोगैड्रो नंबर ऑफ मोल्स जे एन ने एवोगैड्रो नू एन ए कहता आ लग गई वैल्यू हुणी हुणी आप इक्वेशन पढ़ के आए हैं पीवी इक्वल टू एन आर टी चलो भी एन की वैल्यू पुट करिए की है एन अपॉन एन ए आर की वैल्यू क्या है के बी इंटू एन ए इंटू टी जी चीज कट्टी जाती कैंसिल कर दी आंसर की बन गया पी वी इक्वल टू एन के बी टी एक आ भी आइडियल गैस इक्वेशन है याद रहूगा केमिस्ट्री वाले कराते नहीं असी करा दें याद रखियो एक बार दोबारा सुन लो सब तो नवी टर्म केड़ी है बोल्ट्जमैन कांस्टेंट की होंदी आ रेशियो होंदी है किदी ते एवोगैड्रो नंबर दी लिख लिया इनू
ठीक है, इथों आर की वैल्यू कढ़ ली, इन्हू नंबर 1 देता आप, नंबर 1। फिर अगे आप केमिस्ट्री भी पढ़ते होंगे कि एन क्या होंगे, नंबर ऑफ मोल्स डिवाइडेड बाय एवोगैड्रो नंबर। नंबर ऑफ मोल्स जे एन है, एवोगैड्रो नूं एन ए कहता, एन की वैल्यू निकल गई। आप इक्वेशन हुनी हुनी पढ़ी है, पी वी इक्वल टू एन आर टी, एन की वैल्यू भी पुट करती, आर की भी सी वह भी पुट करती, जी चीज कैंसल होती कैंसल करती, बन गया आंसर। देखो बोर्ड एक बार फिर करेंगे। विभूति लग गया पता, गुरकमल, मनिंदर, देखो सिंपल ही है, लिखियो हुण अगे सारे होना है लिखना आप। वी डिफाइन अनदर कांस्टेंट, बोल्ट्जमैन कांस्टेंट, वी डिफाइन another constant, Boltzmann constant, which is defined as the ratio of universal gas constant, universal gas constant to the Avogadro number, लिख लिया। फिर पहली वाली लिख दो, इक्वेशन लिख दो, पहली दो लिख दो, सारा ही कर दो, सॉल्व करो बोर्ड वाला सारा ही कर दो, पता नहीं किमें किमें करना है, सारी कर दो। हो गया, कर लिया सबने, मनिंदर, हाँ जी सर। विभूति, चलो भी हुण अगे करिए। हो गया ना, उस तक लग गया पता सारा। हुण आपने को लाना है, अगले टॉपिक का नेम है यूनिवर्सल गैस कांस्टेंट। ये टॉपिक का नेम यूनिवर्सल गैस कांस्टेंट। जिथे क्लास खत्म हो जाएगी आही आईडी से ज्वाइन करो सारे जने। यूनिवर्सल गैस कांस्टेंट हुणे हुणे पढ़ के आए हो, पीवी किहदे इक्वल होंदा है, एन आर टी, ठीक है। तो इथों आर की वैल्यू क्या निकलूगी, दसो यार, जे इस इक्वेशन जो आर की वैल्यू कटनी हो की निकलूगी, पीवी अपॉन एन टी, पीवी अपॉन एन टी। याद करो प्रैशर इंटू वॉल्यूम फार्मूला क्या होंदा सीगा, प्रैशर इंटू वॉल्यूम किहदा फार्मूला होंदा जी, वर्क दा। प्रैशर इंटू वॉल्यूम क्या होंदा है, किवें पता लगदा, दस्सियो। प्रैशर का फार्मूला क्या होंदा है, एफ इंटू ए, ठीक है, नाल की है वॉल्यूम। देखिए यार किवें बने होगा, प्रैशर इंटू वॉल्यूम किवें वर्क बनता, सोच के दस्सियो, जिन्ना प्रेशर सोच के दसो, प्रैशर इंटू वॉल्यूम किवें वर्क बनता है। वॉल्यूम ते जिन्ना प्रेशर ला रहे हो वर्क का नहीं होया की वॉल्यूम ते 2 मिनट, प्रैशर की होंदा फोर्स अपॉन एरिया नहीं होंदा, ठीक है। वॉल्यूम एरिया दी दो साइड्स होंदी, वॉल्यूम दे 3, 2 कट्टी जाणगियां, एक रह जूगी। फोर्स इनटू डिस्टेंस क्या बनता होंदा, वर्क। ते प्रैशर इनटू वॉल्यूम क्या होंदा, वर्क होंदा, लो भी बन गया फार्मूला।
ਲੱਗ ਗਿਆ। ਤੇ R ਦੀ ਵੈਲਿਊ ਕੀ ਹੁੰਦੀ ਹੈ SI ਦੇ ਵਿੱਚ ਲੈਣੀ ਹੈ ਤਾਂ 8.314 ਜਾਊਲ ਪਰ ਮੋਲ ਪਰ ਕੈਲਵਿਨ। ਠੀਕ ਹੈ, ਤੇ ਉਹ 'ਚ ਕੀ ਹੁੰਦੀ ਕੈਲਰੀ ਵਾਲੇ 'ਚ 1.98 ਅੱਗੇ ਕੈਲਰੀ ਪਰ ਮੋਲ ਪਰ ਕੈਲਵਿਨ। ਲੱਗ ਗਿਆ ਪਤਾ? ਬਸ ਇੰਨਾ ਸੋਲਵ ਕਰਨਾ ਹੈ। ਲੱਗਿਆ ਪਤਾ ਕੀ ਕੀਤਾ ਆ ਇਕੁਏਸ਼ਨ ਚੱਕੀ ਆ ਚੀਜ਼ ਬਣ ਗਈ। ਪ੍ਰੈਸ਼ਰ ਇਨਟੂ ਵੋਲਿਊਮ ਨੂੰ ਕੀ ਕਹਿੰਦੇ ਆਪਾਂ? ਵਰਕ ਕਹਿੰਦੇ ਆ। ਬਸ ਅੱਗੇ ਐਕਸਪਲੇਨ ਕਰਤਾ। ਲਿਖਿਆ ਹੁਣ ਫॉर आइडियल गैस इक्वेशन होता नहीं की क्लास का फॉर आइडियल गैस इक्वेशन PV is equal to nRT। for ideal gas equation PV is equal to nRT। तो R की वैल्यू क्या होगी? PV अपॉन NT। PV अपॉन NT। फिर प्रेशर इंटू वॉल्यूम क्या होता है? वर्क। लिख दो W उत्थे। यार रखो तो उरे कैल्विन नहीं लेना, उरे सेल्सियस ले। हाँ सीजीएस में सेल्सियस ले। लिख लिया। आर की वैल्यू क्या निकल गई? वर्क अपॉन एनटी। करो उरे तक वर्क अपॉन एनटी तक। आसान है, यूनिट सौखा ही है। ये तो वो चैप्टर इसका केमिस्ट्री वर्क है थोड़ा। विभूति हो गया? विभूति चलो अगे लिखो, नोट पा लो। SI यूनिट्स, इट्स SI यूनिट आर जाउल पर मोल पर कैलविन। गैस कांस्टेंट ਦੇ यूनिट ਪੁੱਛਦੇ ਹੁੰਦੇ ਆ ਇੱਕ ਨੰਬਰ ਦੇ ਵਿੱਚ। सीजीएस भी पूछ सकते हैं, SI भी पूछ सकते हैं। याद रखियो ਕਿਹੜੇ ਕਿਹੜੇ ਨੇ। SI ਦੇ ਵਿੱਚ क्या ने? जाउल पर कैलविन पर मोल। वैल्यू क्या पर जाउल पर मोल पर कैलविन। वैल्यू याद रखो की होंगी SI च 8.314। याद हो गया। CGS ਵਿੱਚ क्या होंगी है? यूनिट क्या होंगे है? लिखो इट्स CGS यूनिट्स आर कैलोरी पर मोल पर सेल्सियस। वैल्यू देख लो की होंगी है 1.98 की होंगी है। देखो उरे तक लग गया सारा पता? मनिंदर तेनू? विभूति? चलो हम अगली क्लास आप करते हैं स्टार्ट। 2-4 सेकंड रह गए। ਹੁਣ ਆਪਾਂ ਨੂੰ KB ਦੀ ਵੈਲਿਊ ਚਾਹੀਦੀ ਹੈ। ਪਤਾ ਕਿੰਨੀ ਵੈਲਿਊ ਚਾਹੀਦੀ ਹੈ? KB ਦੀ चलो भी हम करिए अगे। वो तो क्लियर है स्क्रीन? चलो हम ਆਪਾਂ ਨੂੰ ਬੋਲਟਜ਼ਮੈਨ ਕਾਂਸਟੈਂਟ ਦੀ ਵੈਲਿਊ ਚਾਹੀਦੀ ਹੈ ਕਿੰਨੀ ਹੁੰਦੀ ਹੈ ਐਗਜ਼ੈਕਟ, ਕਿਉਂਕਿ ਬੋਲਟਜ਼ਮੈਨ ਕਾਂਸਟੈਂਟ ਦੀ ਵੈਲਿਊ ਤੁਸੀਂ ਨੂਮੈਰੀਕਲ 'ਚ ਯੂਜ਼ ਕਰਨੀ ਹੈ। ਕੀ ਸੀਗਾ ਬੋਲਟਜ਼ਮੈਨ ਕਾਂਸਟੈਂਟ ਦਾ ਫਾਰਮੂਲਾ? KB =
गैस कांस्टेंट अपॉन एवोगैड्रो नंबर। गैस कांस्टेंट की वैल्यू आप SI च रख लेंगे कितनी है 8.314। एवोगैड्रो नंबर कितना होता है 6.022 इंटू 10⁻23। ਇਹਨੂੰ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਆਨਸਰ ਆਊਗਾ 1.38 ਇੰਟੂ 10⁻23। ਆ ਹੁੰਦੀ ਹੈ ਵੈਲਿਊ। ਕਰਿਓ ਸੋਲਵ ਇਹਨੂੰ। यूनिट होते हैं जाउल पर कैल्विन। यूनिट क्या होंगे जाउल। ये भी कई बार पूछे जाते हैं बोल्ट्जमैन कांस्टेंट की वैल्यू किमें निकली है। देखो आ स्टेप करने हैं। हाँ यही ले लो नीचे। सोल्व कर दो फिर बोल्ट्जमैन की वैल्यू देख लो की है। हो गया मनिंदर बुद्धि गुरकमल। हाँ जी चलो भी हुण अपने को अगे आंदा है टॉपिक का नेम है हुण आइडियल गैस। टॉपिक का नेम क्या है आइडियल गैस केड़ी हुंदी है। आइडियल गैस वो इक्वेशन है जिहड़ी इस इक्वेशन नू फॉलो करती है। जिहड़ी इस इक्वेशन नू की करती है ओबे करती है इनू। ठीक है एट all temperature and pressure at all temperature and pressure। याद रखना है कि कहते आइडियल गैस वो है वो गैस है जी इस इक्वेशन को क्या करती है ओबे करती है एट ऑल टेंपरेचर एंड लग गया पता। ते अगे दी अजम्पशन आंदी है की आंदी है अजम्पशन दे विच की लिखोगे तुसी कहते आइडियल गैस दे विच एक तो आ चीज़ रखनी है अट्रैक्शन नैगलीजिबल लेनी है। मॉलिक्यूल से अट्रैक्शन क्या होती है कोई भी फोर्स नहीं होती। याद है पहले भी क्या सी मैं यदि एक एग्जम्पशन होती है और याद रखनी होती है हमेशा। पर आइडियल गैस की होती है जी PV = NRT क्या करे फॉलो करे ओबे करे। ठीक है एट ऑल टेंपरेचर एंड क्लियर हो गया विभूति व्हाट इज आइडियल गैस। लिखो फिर हम लिखो आइडियल गैस a gas which obey the ideal gas equation। the gas which obey the ideal gas equation that is PV = nRT। that is PV = nRT। वॉल्यूम नहीं पता हर एक टेंपरेचर ते प्रेशर दी रहना चाहिए। वॉल्यूम भी लिख सकते हो पर ज्यादातर प्रेशर टेंपरेचर थी आप आइडियल गैस देखेंगे। इस कारण आइडियल गैस लिख लिया। अजम्पशन लिखो। अजम्पशंस क्या है एक तो अजम्पशन बता है कि इन्हां दे विच जिहड़ी अट्रैक्शन है नेगलीजिबल होनी चाहिए है। दूजी अजम्पशन क्या है जिहड़े आइडियल गैस के मॉलिक्यूल्स ने ना उनका साइज भी नेगलीजिबल होना चाहिए। साइज भी क्या होना चाहिए दो इन्हें याद रखियो कंडीशंस ने अजम्पशंस ने। पहली की है अट्रैक्शन नेगलीजिबल ते दूजे की है मॉलिक्यूल का साइज भी क्या होना चाहिए। दो कंडीशन ने पेपर से पूछी जाती होंगे हमेशा याद रखियो। पहली साइज दो अट्रैक्शन नेगलीजिबल दूजी मॉलिक्यूल का साइज नेगलीजिबल। ठीक है लिखियो फिर अगे अजम्पशंस। assumptions the size of gas molecules the size of gas molecules the size of gas molecules is negligible size of gas molecules is negligible and the attraction between molecules
is zero. Is zero. लिख लिया। चलो भी हुण अगे है, हुण मेन है थोड़ी जी आपां इहदे बारे किनेटिक बारे गल करांगे। हुण किनेटिक थ्योरी ऑफ गैसेस हुण आया टॉपिक। सुने हुण ध्यान नाल जो मैं चीज कहूँगा। हरेक मैटर मॉलिक्यूल्स का बने होया, किहदा बने होया? ठीक है, हरेक मैटर किहदा बने होया? मॉलिक्यूल्स का बने होया। हुण जिहड़े गैस दे मॉलिक्यूल्स हुंदे ने, हमेशा गैस दे ਉਹ ਕਹਿੰਦੇ हमेशा रैपिड ते कॉन्टीन्यूस मोशन रैंडम मोशन च हुंदे ने। की हुंदे ने? रैपिड ते कॉन्टीन्यूस मोशन च हुंदे ने। ठीक है, याद रखना स्टार्टिंग कित्थों करनी है कि भी हरेक मैटर किहदा बने होया? मॉलिक्यूल्स का। गैस भी मॉलिक्यूल्स होणगे ते जिहड़े गैस दे मॉलिक्यूल्स हुंदे ने ਉਹ हमेशा की हुंदे ने? हाँ, रैपिड कॉन्टीन्यूस मोशन च हुंदे ने। ठीक है, ਤੇ ਉਹਨਾਂ ਦੇ ਜਿਹੜੇ ਮੋਸ਼ਨ ਹੈ, ਠੀਕ ਹੈ, ਵੈਲੋਸਿਟੀ ਆ ਕਿਤੇ ਡਿਪੈਂਡ ਕਰਦੀ ਹੋਗੀ? ਟੈਂਪਰੇਚਰ ਤੇ। ਯਾਦ ਕਰੋ ਮੈਂ ਪਹਿਲੇ ਵੀ ਕਿਹਾ ਸੀ, ਟੈਂਪਰੇਚਰ ਵਧਾ ਦਿਓ ਵੈਲੋਸਿਟੀ ਵੱਧ ਜਾਂਦੀ ਹੁੰਦੀ ਹੈ। ਠੀਕ ਹੈ, ਤਾਂ ਮੋਲੀਕਿਊਲਸ ਦੀ ਵੈਲੋਸਿਟੀ ਕਿਤੇ ਡਿਪੈਂਡ ਕਰਦੀ ਹੈ? ਟੈਂਪਰੇਚਰ ਤੇ। ਕਿਤੇ ਡਿਪੈਂਡ ਕਰਦੀ ਹੈ? ਕਹਿੰਦੇ ਆਪਾਂ ਮੋਲੀਕਿਊਲਸ ਦੇ ਮੋਸ਼ਨ ਦੀ ਹੈਲਪ ਲੈ ਕੇ ਗੈਸ ਦੇ ਪ੍ਰੈਸ਼ਰ, ਵੋਲਿਊਮ, એનર્ਜੀ, ਇਹ ਸਾਰੀਆਂ ਚੀਜ਼ਾਂ ਨੂੰ ਐਕਸਪਲੇਨ ਕਰਾਂਗੇ। ਇਹ ਸਾਰੀਆਂ ਚੀਜ਼ਾਂ ਨੂੰ ਕੀ ਕਰਾਂਗੇ? ਤੇ ਇਸ ਜਿਹੜੀ ਥਿਊਰੀ ਐਕਸਪਲੇਨ ਕਰੂਗੀ ਥਿਊਰੀ ਨੂੰ ਕੀ ਬੋਲਦੇ ਆਪਾਂ? ਲੱਗ ਗਿਆ ਪਤਾ? ਪਹਿਲਾਂ ਤਾਂ ਇਹਦੀ ਡੈਫੀਨੇਸ਼ਨ ਕੀ ਲਿਖਾਂਗੇ ਸੁਣਿਓ। ਹਰੇਕ ਮੈਟਰ ਕਿਹਦਾ ਬਣਿਆ ਹੋਇਆ? ਮੋਲੀਕਿਊਲਸ ਦਾ। ਗੈਸ ਵੀ ਮੋਲੀਕਿਊਲਸ ਹੋਣਗੇ। ਕਹਿੰਦੇ ਜਿਹੜੇ ਗੈਸ ਮੋਲੀਕਿਊਲਸ ਹੁੰਦੇ ਨੇ ਉਹ ਹਮੇਸ਼ਾ ਕਿਹ 'ਚ ਹੁੰਦੇ ਨੇ? ਕੰਟੀਨਿਊਸ, ਰੈਪਿਡ ਤੇ ਰੈਂਡਮ ਮੋਸ਼ਨ ਤਿੰਨਾਂ 'ਚ ਹੁੰਦੇ ਨੇ। ਠੀਕ ਹੈ, ਤੇਜ਼ ਵੀ ਹੁੰਦੇ ਨੇ, ਰੈਂਡਮ ਵੀ ਆਪਣਾ ਜਿੱਧਰ ਮਰਜ਼ੀ ਤੁਲੀ ਜਾਣ, ਕੰਟੀਨਿਊਸ ਹੋਣੇ ਕਿ ਰੁਕਦੇ ਨਹੀਂ, ਭੱਜੀ ਜਾਂਦੇ ਨੇ। ਕਹਿੰਦੇ ਇਟ ਮੀਨਸ ਉਹਨਾਂ ਦੀ ਵੈਲੋਸਿਟੀ ਡਿਪੈਂਡ ਕਿਤੇ ਕਰਦੀ ਹੈ? ਟੈਂਪਰੇਚਰ ਤੇ। ਕਿਤੇ ਡਿਪੈਂਡ ਕਰਦੀ ਹੈ? ਕਹਿੰਦੇ ਆਪਾਂ ਇਹਨਾਂ ਦੇ ਮੋਲੀਕਿਊਲਸ ਦੇ ਮੋਸ਼ਨ ਦੀ ਹੈਲਪ ਲੈ ਕੇ ਕੀ ਐਕਸਪਲੇਨ ਕਰਾਂਗੇ? ਗੈਸ ਦੀ એનર્ਜੀ, ਠੀਕ ਹੈ, ਪ੍ਰੈਸ਼ਰ, ਸਭ ਕੁਝ ਐਕਸਪਲੇਨ ਕਰਾਂਗੇ। ਤੇ ਜਿਹੜੀ ਥਿਊਰੀ ਐਕਸਪਲੇਨ ਕਰੂਗੀ ਉਹਨੂੰ ਕੀ ਬੋਲਦੇ ਆਪਾਂ? ਲੱਗ ਗਿਆ ਪਤਾ? ਰਾਤ ਹਾਂ ਮਨਿੰਦਰ ਲੱਗ ਗਿਆ ਪਤਾ? ਵਿਭੂਤੀ, ਮਨਿੰਦਰ, ਵਿਭੂਤੀ, ਠੀਕ ਹੈ। ਪਹਿਲਾਂ ਤਾਂ ਇੰਨੀ ਚੀਜ਼ ਲਿਖੋ ਜਿਹੜੀ ਮੈਂ ਬੋਲੀ ਆ। all matter is made of, all matter, कौन आया हुन? 2 मिनट। यशिका आज फिर लेट अब तू। यशिका वो तो क्लास मंडे ਨੂੰ ਹੁੰਦੀ ਹੈ। ਚਲ ਅੱਜ ਤਾਂ ਮੈਂ ਵੀਡੀਓ ਸਾਰੀ ਕਰ ਲਈ ਰਿਕਾਰਡ, ਪਰ ਆ ਵੀਡੀਓ ਦੇਖ ਕੇ ਨੋਟਸ ਬਣਾ ਲਈ ਆਪਣੇ। ਕਿਨੈਟਿਕ ਥਿਊਰੀ ਆਫ ਗੈਸਿਸ, ਧਿਆਨ ਨਾਲ ਸੁਣਿਓ। ਕੀ ਹੈ? ਆਲ ਮੈਟਰ ਇਜ਼ ਮੇਡ ਆਫ ਮੋਲੀਕਿਊਲਸ। The molecules of gas, the molecules of gas, the molecules of gas are in state of rapid and continuous motion. Rapid and continuous motion. लिख लिया? Their velocity depend upon temperature. Their velocity depend upon temperature. Using the molecular motion, using the molecular motion, various properties of gas like pressure, temperature, energy, pressure, temperature and energy can be explained. Can be explained. Hence this theory is called, hence this theory is called kinetic theory of
kinetic theory of gases, लिख लिया। हो गया। चलो अभी ਹੁਣ ਆਪਾਂ ਕਰਨਾ ਹੈ ਇਹਦੀ ਅਜ਼ੰਪਸ਼ਨਸ ਨੇ ਮੇਨ ਜਿਹੜੀ ਪੇਪਰ 'ਚ ਆਉਂਦੀਆਂ ਨੇ 7 ਨੇ 7 ਤੇ 8 ਅਜ਼ੰਪਸ਼ਨਸ ਇਹਦੀਆਂ ਕਿਨੈਟਿਕ ਥਿਊਰੀ ਦੀਆਂ ਅਜ਼ੰਪਸ਼ਨਸ ਸੀਗੀਆਂ। ਚਲੋ ਅਭੀ ਆਪਾਂ ਇੱਕ ਇੱਕ ਕਰਕੇ ਲਿਖਾਂਗੇ ਠੀਕ ਹੈ। ਪਹਿਲੀ ਅਜ਼ੰਪਸ਼ਨ ਇਹ ਧਿਆਨ ਨਾਲ ਸਮਝਿਓ ਸਾਰੇ ਨੇ ਪੇਪਰ 'ਚ ਅਜ਼ੰਪਸ਼ਨ ਜ਼ਰੂਰ ਆਉਂਦੀ ਹੈ ਕਿਨੈਟਿਕ ਥਿਊਰੀ ਦੀਆਂ। ਪਹਿਲੀ ਅਜ਼ੰਪਸ਼ਨ ਕਿਆ ਸੀ ਕਿਨੈਟਿਕ ਵਾਲੇ ਦੀ ਕਹਿੰਦੇ ਜਿਹੜੇ ਵੀ ਹਰੇਕ ਗੈਸ ਪਹਿਲੇ ਤਾਂ ਕਹਿੰਦਾ ਮੋਲੀਕਿਊਲਸ ਦੀ ਬਣੀ ਹੁੰਦੀ ਹੈ। ਕਿਹਦੀ ਬਣੀ ਹੋਊਗੀ ਤੇ ਜਿਹੜੇ ਮੋਲੀਕਿਊਲਸ ਹੋਣਗੇ ਕਹਿੰਦੇ ਉਹ ਕੀ ਹੋਣਗੇ ਇੱਕ ਤਰ੍ਹਾਂ ਦੇ ਆਇਡੈਂਟੀਕਲ ਸਫੀਅਰ ਹੋਣਗੇ। ਕੀ ਹੋਣਗੇ ਸਾਰੇ ਮੋਲੀਕਿਊਲਸ ਕਿਆ ਹੋਣਗੇ ਗੈਸ ਦੇ ਆਇਡੈਂਟੀਕਲ ਸਫੀਅਰ ਹੋਣਗੇ ਠੀਕ ਹੈ। ਤੇ ਕਹਿੰਦੇ ਹਰੇਕ ਗੈਸ ਦੇ ਮੋਲੀਕਿਊਲਸ ਜਿਹੜੇ ਹੋਣਗੇ ਇੱਕ ਦੂਜੇ ਨਾਲ ਆਇਡੈਂਟੀਕਲ ਹੋਣਗੇ। ਆਇਡੈਂਟੀਕਲ ਦਾ ਮਤਲਬ ਕੀ ਹੈ ਸੇਮ। ਪਰ ਇੱਕ ਗੈਸ ਦੇ ਮੋਲੀਕਿਊਲਸ ਆਪਸ ਦਾ ਆਇਡੈਂਟੀਕਲ ਹੋਣਗੇ ਤੇ ਦੂਜੇ ਗੈਸ ਦੇ ਮੋਲੀਕਿਊਲਸ ਨਾਲ ਕੀ ਹੋਣਗੇ ਡਿਫਰੈਂਟ ਹੋਣਗੇ। ਕਿਆ ਹੋਣਗੇ ਹੁਣ ਸਿੱਧੀ ਜੀ ਗੱਲ ਹੈ ਘਰ ਦੇ ਵਿੱਚ ਆਪਸ 'ਚ ਆਪਣੇ ਸਾਰੇ ਆਪਣੇ ਹੁੰਦੇ ਆ ਬਾਹਰਲੇ ਨਾਲ ਕੀ ਹੋਣਗੇ ਤੇ ਡਿਫਰੈਂਟ ਹੁੰਦਾ ਠੀਕ ਹੈ। ਸੇਮ ਹੈ ਪਹਿਲੀ ਅਜ਼ੰਪਸ਼ਨ ਉਹਨੇ ਕੀ ਗੱਲ ਕਹੀ ਹੈ ਕਿ ਗੈਸ ਕਿਹਦੀ ਬਣੀ ਹੋਊਗੀ ਮੋਲੀਕਿਊਲਸ ਦੀ। ਸਾਰੇ ਦੇ ਸਾਰੇ ਜਿਹੜੇ ਮੋਲੀਕਿਊਲਸ ਹੋਣਗੇ ਉਹ ਕਿਆ ਹੋਣਗੇ ਇਲਾਸਟਿਕ ਸਫੀਅਰ ਹੋਣਗੇ। ਕਿਆ ਹੋਣਗੇ ਪਹਿਲਾਂ ਆ ਵੀ ਯਾਦ ਰੱਖਣਾ ਇਲਾਸਟਿਕ ਸਫੀਅਰ ਇਲਾਸਟਿਕ ਹੋਣੇ ਚਾਹੀਦੇ ਆ। ਕੀ ਹੋਣੇ ਚਾਹੀਦੇ ਇਸ ਅਜ਼ੰਪਸ਼ਨ ਤਾਂ ਹੀ ਕਿਹਾ ਇੰਪੋਰਟੈਂਟ ਹੈ ਕੱਲੀ ਕੱਲੀ ਲਿਖਾਂਗੇ ਤਾਂ ਸਮਝ ਆਊਗੀ। ਪਹਿਲਾਂ ਉਹਨੇ ਕਿਹਾ ਕਿ ਗੈਸ ਕਿਹਦੀ ਬਣੀ ਹੋਈ ਹੈ ਮੋਲੀਕਿਊਲਸ ਦੀ। ਮੋਲੀਕਿਊਲਸ ਕਿਆ ਨੇ ਸਾਰੇ ਇਲਾਸਟਿਕ ਸਫੀਅਰ ਨੇ। ਕਿਆ ਨੇ ਠੀਕ ਹੈ। ਤੇ ਹੋਰ ਕਿਆ ਨੇ ਆਇਡੈਂਟੀਕਲ। ਕਹਿੰਦੇ ਆਪਣੇ ਗੈਸ ਦੇ ਮੋਲੀਕਿਊਲਸ ਨਾਲ ਤਾਂ ਆਇਡੈਂਟੀਕਲ ਨੇ ਆਪਣੀ ਗੈਸ ਜਿਹਦੇ 'ਚ ਰਹਿੰਦੇ ਨੇ ਬਾਹਰਲੀ ਗੈਸ ਨਾਲ ਕੀ ਨੇ ਡਿਫਰੈਂਟ ਨੇ। ਪਹਿਲੀ ਅਜ਼ੰਪਸ਼ਨਸ ਪਤਾ ਲੱਗ ਗਈ ਕੀ ਯਾਰ ਆਦਾ ਦੱਸੀ ਮੈਨੂੰ। हाँ डिफरेंट ने मनिंदर लग गया पता विभूति गुरकमल यशिका। पहली अजम्पशन क्या है किनेटिक थ्योरी दी हर एक गैस की बनी हुई है मॉलिक्यूल्स दी। मॉलिक्यूल्स क्या है इलास्टिक स्फीयर्स। मॉलिक्यूल्स अपनी गैस के मॉलिक्यूल्स नाल क्या ने आइडेंटिकल दूजी वाली गैस नाल क्या ने डिफरेंट। लग गया पता क्लीयर हो गया क्योंकि एक घर के पिछे एक सरनेम होंगे ना सब के सरनेम एक लगता होंगे दूजे किसी घर से देखोगे कोई होर सरनेम होगा ठीक है। मतलब अपने गैस मॉलिक्यूल्स नाल आइडेंटिकल दूजे गैस मॉलिक्यूल्स नाल डिफरेंट। पहली अजम्पशन लग गई पता विभूति तेनू लग गई पता। चलो भी फर्स्ट अजम्पशन लिखियो all gases consist of molecules। all gases consist of molecules। all gases consist of molecules full stop। the molecules are rigid। the molecules are rigid elastic spheres। the molecules are rigid elastic spheres comma identical in all respect and identical in all respect for a given mass। identical in all respect for given mass given gas and different for different gases। ਜਿਹੜੀ ਚੀਜ਼ ਤੁਹਾਨੂੰ ਸਮਝਾਈ ਆ ਉਹੀ ਚੀਜ਼ ਲਿਖੀ ਹੈ। ਆਪਣੇ ਗੈਸ ਆਪਣੇ ਮੋਲੀਕਿਊਲਸ ਲਈ ਤਾਂ ਆਇਡੈਂਟੀਕਲ ਹੋਣਗੇ ਘਰ ਦੇ ਵਾਲੀ ਬਾਹਰਲੇ ਵਾਲੇ ਕੀ ਹੋਣਗੇ ਡਿਫਰੈਂਟ ਹੋਣਗੇ। यूनिट 9 थे ना यूनिट 9 लग गई पहली अजम्पशन पता। चलो भी आ देखो भाई आ एक गैस है इतना पेन दी आ एक गैस है आ गैस ਦੇ ਵਿੱਚ ਮੋਲੀਕਿਊਲਸ ਨੇ ठीक है। आ ਮੋਲੀਕਿਊਲਸ ਦੇ ਵਿੱਚ ਆ ਡਿਸਟੈਂਸ ਹੈ क्या है डिस्टेंस है ठीक है। ਤੇ ਇਹਦੇ ਵਿੱਚ ਕੀ ਕਹਿੰਦੇ ਆ ਕਹਿੰਦੇ ਮੋਲੀਕਿਊਲਸ ਦਾ ਸਾਈਜ਼ ਨੈਗਲੀਜੀਬਲ ਹੈ। ਮੋਲੀਕਿਊਲਸ ਦਾ ਸਾਈਜ਼ क्या है एज कंपेयर टू दो मॉलिक्यूल्स डिस्टेंस से ठीक है। मतलब कहते जे आप डिस्टेंस मेजर ये हिसाब ਨਾਲ देखिए तो मॉलिक्यूल का साइज की होना चाहिए बहुत नैगलीजिबल होना चाहिए। दूसरी अजम्पशन क्या है उसकी कि मॉलिक्यूल का साइज क्या होना चाहिए गैस दे नैगलीजिबल होना चाहिए एज कंपेयर टू
डिस्टेंस बिटवीन टू मॉलिक्यूल्स। याद रहूगा, कहने का मतलब पहला मॉलिक्यूल खड़ा दूजा, ਜਿਹੜਾ डिस्टेंस है ਇਹਦੇ ਨਾਲ ਜੇ ਕੰਪੇਅਰ ਕਰਾਂਗੇ ਆਪਾਂ ਉਹਦੇ ਸਾਈਜ਼ ਨੂੰ ਮੋਲੀਕਿਊਲ ਦੇ, ਤਾਂ ਕੀ ਹੋਣਾ ਚਾਹੀਦਾ? ਨੈਗਲੀਜੀਬਲ ਹੋਣਾ ਚਾਹੀਦਾ। ਦੂਜੀ ਅਸੰਪਸ਼ਨ ਕੀ ਕਹੀ ਸੀ ਉਹਨੇ? the size of molecules are negligible as compared to distance between two molecules। याद रहूगा मनिंदर, लग गया पता? मॉलिक्यूल का साइज क्या लेना ਆਪਾਂ? नेग्लिजिबल। लिखो फिर the size of molecule, the size of molecule is negligible, the size of molecule is negligible। 2 मिनट रुको मेरा, मैं सेटिंग भी कर। the size of molecule is negligible as compared to average distance between the molecules, as compared to average distance between the molecules। चलो ਹੁਣ ਤਾਂ बोर्ड ਤੇ लिखना भी नहीं कुछ। लिख लिया? सेकंड पता लग गई? चलो भी ਤੀਜੀ ਅਸੰਪਸ਼ਨ ਕੀ ਸੀ? ਹੁਣ ਆ ਸੁਣਿਓ, ਕਹਿੰਦੇ ਤੀਸਰੀ ਅਸੰਪਸ਼ਨ ਆ ਸੀ ਕਿ ਜਿਹੜੇ ਗੈਸ ਮੋਲੀਕਿਊਲਸ ਹੋਣਗੇ ਉਹ ਹਮੇਸ਼ਾ ਕੰਟੀਨਿਊਸ ਰੈਂਡਮ ਮੋਸ਼ਨ 'ਚ ਹੋਣਗੇ। ਕਿਚ ਕੰਟੀਨਿਊਸ ਮਤਲਬ ਮੂਵ ਕਰੀ ਜਾਣਗੇ, ਰੈਂਡਮ ਦਾ ਮਤਲਬ ਕੀ ਹੁੰਦਾ? ਜਿੱਧਰ ਮਰਜ਼ੀ ਮੂਵ ਕਰਨ। ਤੀਜੀ ਅਸੰਪਸ਼ਨ ਉਹਨੇ ਕੀ ਕਹੀ ਸੀ? ਮੋਲੀਕਿਊਲਸ ਹਮੇਸ਼ਾ ਕੀ ਹੋਣਗੇ? ਕੰਟੀਨਿਊਸ ਰੈਂਡਮ ਮੋਸ਼ਨ 'ਚ, ਤੇ ਉਹ ਹਰੇਕ ਡਾਇਰੈਕਸ਼ਨ 'ਚ ਮੂਵ ਕਰਨਗੇ। ਕੀ ਕਰਨਗੇ? ਤੇ ਹਰੇਕ ਡਾਇਰੈਕਸ਼ਨ 'ਚ ਉਹਨਾਂ ਦੀ ਆਪਣੀ ਆਪਣੀ ਵੈਲੋਸਿਟੀ ਹੋਊਗੀ। ਉਹਨਾਂ ਦੀ ਯਾਦ ਹੋ ਗਈ ਅਸੰਪਸ਼ਨ? ਕੀ ਅਸੰਪਸ਼ਨ ਤੀਜੀ? ਕੰਟੀਨਿਊਸ ਰੈਂਡਮ ਮੋਸ਼ਨ 'ਚ ਹੋਣਗੇ, ਠੀਕ ਹੈ, ਹਰੇਕ ਡਾਇਰੈਕਸ਼ਨ 'ਚ ਮੂਵ ਕਰਨਗੇ, ਤੇ ਹਰੇਕ ਡਾਇਰੈਕਸ਼ਨ 'ਚ ਉਹਨਾਂ ਦੀ ਆਪਣੀ ਆਪਣੀ ਵੈਲੋਸਿਟੀ ਹੋਊਗੀ। ਲੱਗ ਗਿਆ ਪਤਾ? ਅਮਰਜੀਤ ਦੱਸ ਕੀ ਕਿਹਾ ਇਹਨੇ? ਉਹਨਾਂ ਦੀ ਕੰਟੀਨਿਊਸ ਰੈਂਡਮ ਮੋਸ਼ਨ ਤੇ ਹੋਣਗੇ ਹੂੰ, ਤੇ ਹਰੇਕ ਡਾਇਰੈਕਸ਼ਨ ਦੀ ਆਪਣੀ ਆਪਣੀ ਹਰੇਕ ਡਾਇਰੈਕਸ਼ਨ 'ਚ ਮੂਵ ਕਰਨਗੇ, ਤੇ ਹਰੇਕ ਡਾਇਰੈਕਸ਼ਨ 'ਚ ਆਪਣੀ ਆਪਣੀ ਵੈਲੋਸਿਟੀ ਹੋਊਗੀ। ਆ ਉਹਨੇ ਤੀਜੀ ਕਹੀ ਸੀ। ਲਿਖੋ ਫਿਰ ਹੁਣ ਥਰਡ ਅਸੰਪਸ਼ਨ, the molecules are in state of continuous random motion in all direction with, लिख लिया, in all directions with all possible velocities। हो गया? चलो भी ਹੁਣ ਆਉਗੀ ਚੌਥੀ ਅਸੰਪਸ਼ਨ, ਫੋਰਥ ਅਸੰਪਸ਼ਨ। ਹੁਣ ਭਾਈ ਇਹ ਤਾਂ ਚੱਲ ਹੈ ਕਿ ਵੀ ਰੈਂਡਮ ਮੋਸ਼ਨ 'ਚ ਹੋਣਗੇ, ਐਵੇਂ ਥੋੜੀ ਮੂੰਹ ਚੱਕ ਕੇ ਤੁਰੀ ਜਾਣਗੇ, ਕੁਝ ਹੋਊਗਾ ਨਹੀਂ। ਹੁਣ ਰੈਂਡਮ ਮੋਸ਼ਨ ਦਾ ਮਤਲਬ ਕੀ ਹੁੰਦਾ ਪੰਜਾਬੀ 'ਚ? ਮੂੰਹ ਚੱਕ ਕੇ ਜਿੱਧਰ ਮਰਜ਼ੀ ਤੁਰੀ ਚਲੋ। ਜਦੋਂ ਐਵੇਂ ਤੁਰਨਗੇ ਭੱਜਣਗੇ ਤਾਂ ਟਕਰਾਣਗੇ ਵੀ। ਟਕਰਾਣਗੇ ਕਿਹਦੇ ਨਾਲ ਟਕਰਾਣਗੇ? ਇੱਕ ਤਾਂ ਟਕਰਾਣਗੇ ਆਪਸ ਦੇ ਵਿੱਚ, ਇੱਕ ਟਕਰਾਣਗੇ ਜਿਹੜੇ ਆਪਾਂ ਕੰਟੇਨਰ 'ਚ ਗੈਸ ਲੱਤੀ ਹੋਈ ਉਹ ਵੋਲਸ ਨਾਲ। ਕਿੰਨਾ ਟਕਰਾਣਗੇ? ਮਤਲਬ ਕੀ ਕਹਿੰਦੇ? ਮੋਲੀਕਿਊਲਸ ਕੋਲਾਈਡ ਕਰਦੇ ਨੇ। ਕਿੰਨਾ ਕੋਲਾਈਡ ਕਰਦੇ? ਇੱਕ ਤਾਂ ਆਪਸ 'ਚ ਕੋਲਾਈਡ ਕਰਦੇ ਨੇ, ਇੱਕ ਕਿਹਦੇ ਨਾਲ ਕੋਲਾਈਡ ਕਰਦੇ ਨੇ? ਵਾਲਸ ਆਫ ਦਾ। ਕਹਿੰਦੇ ਜਦੋਂ ਆਪਸ 'ਚ ਟਕਰਾਉਂਦੇ ਨੇ ਤਾਂ ਕੀ ਹੁੰਦਾ ਹੈ? ਇਹਨਾਂ ਦੀ ਵੈਲੋਸਿਟੀ ਆਪਸ 'ਚ ਐਕਸਚੇਂਜ ਹੋ ਜਾਂਦੀ ਹੈ। ਕੀ ਹੁੰਦੀ ਹੈ? ਉਹਦੀ ਉਹ 'ਚ ਚੱਲ ਗਈ। ਬਸ ਆਹ ਲਿਖਣਾ। ਲੱਗ ਗਿਆ ਪਤਾ? ਕਹਿੰਦੇ ਜਦੋਂ ਆ ਰੈਂਡਮ ਮੋਸ਼ਨ